अस्सलाम वालेकुम जी। मैं मुहम्मद सरफराज एक दफ़ा फिर हाज़र जनाब की खिदमत दे विच। अज असी लगे हैं मूंजी की लाभ पनीरी की बिजाई जिहड़ी है ना जी उहदे तरीकों से। मूंजी की लाभ मुख्तलिफ तरीक़ों नाल बीजी जाती है। एक कद्दू वाली लाभ हुंदी है, एक हुंदी है पनीरी बीज के, एक हुंदा खुश्क तरीका। खुश्क तरीके विच यह है कि ज़मीन जिहड़ी है उहनूं तैयार कर लेना, सुहाग लेना, और जिहड़ा हुंदा ना जी बीज, ये सेर मरले के हिसाब के नाल पनीरी बीजी जाती है। तकरीबन 4 मरले 1 एकड़ की होंगी है, लेकिन बीज की जर्मीनेशन घट हो तो वध भी लग जाती है। यह जगह जी तैयार कर ली गई है और सामने ढेर दियाँ मलड़ दियाँ ढेरियाँ नज़र आ रही हैं। ये उत्ते पाना, ये थोड़ा जिहा होर भी पेगा जी। मूंजी का जोड़ा बी है ना जी, उन्होंने तोल लेना। तोल के एक तो तरीका है कि किसी हौदी या टब के बोरे के रख देंगे। दूसरा है कि इस तरह किसी खुले बर्तन के पा लो। इस टब के 30 किलो मूंजी आई है। इनू फफूंदी कुछ जहर लानी है। टॉप्सनएम बेहतरीन है, टॉप्सनएम ना हो थायोफनेट मिथाइल जोड़ा ये भी अच्छी चीज़ है। थायोफनेट मिथाइल जोड़ा ना जी ये उत्ते लिखा है उन्होंने कि धान जी है, धान दे ये बीमारी बकैनी भबका इन्हां तो ये बचाती है जी। अगर तो तुसी ये मूंजी नूं लानी है ना जी 2 तो 2.5 ग्राम फी किलोग्राम बीज के नाल, ये विच हैगी आ 30 किलो, 30 दूना 60 तो एक 70 ग्राम जी है ना जी वो पानी च रला के इस टब के रलाती जाएगी। ये रात भर पई रहेगी, सवेरे इंशाअल्लाह ताला बीज हो जाएगी। ये पानी पा लेना अद्धा क, उहदे तो बाद किसी बाल्टी के जी दवाई है और रला के उत्ते पा देनी। फिर दोनों मिक्स हो जाएगियाँ तो भिजियां रहनगियां। अद्धा घंटा ही काफ़ी होंदा, लेकिन क्योंकि ये रात रखनी है तो इस वास्ते भी कोई हर्ज नहीं हैगा। बाकी फिर लोड़ ਇਹਦੇ ਨਾਲ ਲਾਂਗੇ ਬਾਹਰ ਨੂੰ। ਇੱਕੋ ਜਿਹਾ ਜਿਹੜਾ ਨਾ ਸਾਰੇ ਹੀ ਚਲੇ ਜਾ। ਸਰ ਕੰਮ ਆਊਟ ਆਫ ਰੇਂਜ। ਲਹੂ ਜਿਗਰ ਦਾ ਦੇ ਕੇ ਇਸ ਧਰਤੀ ਨੂੰ ਪੋਚਦੇ ਪੋਚਦੇ ਗੁਜ਼ਰ ਚੱਲੇ। ਇੱਥੇ ਕਿਵੇਂ ਗੁਜ਼ਾਰੀਏ ਹਯਾਤੀ ਨੂੰ, ਇਹੀਓ ਸੋਚਦੇ ਸੋਚਦੇ ਗੁਜ਼ਰ ਚੱਲੇ। ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਆ ਉਸਤਾਦ ਦਾਮਨ। ਇਹ ਉਹਨਾਂ ਦਾ ਸ਼ੇਰ ਆ, ਗਾਲਬਨ ਕਿਹਾ ਜਾਂਦਾ ਇਹ ਉਹਨਾਂ ਦਾ ਆਖਰੀ ਸ਼ੇਰ ਸੀ। ਇਨਸਾਨ ਜੋ ਦੁਨੀਆ ਬਣੀ ਹੈ ਇਹੀ ਸੋਚੀ ਜਾਂਦਾ ਕਿ ਇੱਥੇ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀਏ, ਲੇਕਿਨ ਹਜੇ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚਿਆ। ਸੇਮ ਹੀ ਕਹਾਣੀ ਇਸ ਮੂੰਜੀ ਦੀ ਲਾਭ ਦੀ ਹੈ। ਪਨੀਰੀ ਬੀਜਣ ਦੇ ਬਹੁਤ ਸਾਰੇ ਤਰੀਕੇ ਹੈ। ਜਿਹੜੇ ਪੱਕੇ ਇਲਾਕੇ ਉਹਨਾਂ 'ਚ ਕੱਦੂ ਮਾਰ ਕੇ ਪਨੀਰੀ ਬੀਜੀ ਜਾਂਦੀ ਹੈ। ਜਿਹੜੇ ਖੁਸ਼ਕ ਇਲਾਕੇ ਆ ਮੈਰਾ ਟਾਈਪ, ਉਹਨਾਂ ਵਿੱਚ ਵੀ ਬਹੁਤ ਤਰੀਕੇ ਆ। ਇੱਕ ਤਰੀਕਾ ਇਹ ਕਿ ਜ਼ਮੀਨ ਇਸ ਤਰ੍ਹਾਂ ਬਣਾ ਲਈ ਜਾਂਦੀ ਹੈ, ਜ਼ਮੀਨ ਇਸ ਤਰ੍ਹਾਂ ਤਿਆਰ ਕਰ ਲਈ ਜਾਂਦੀ ਹੈ, ਉਹਦੇ ਉੱਤੇ ਨਾ ਜੀ ਢੇਰ ਸਿੱਟ ਦਿੱਤਾ ਜਾਂਦਾ। ਢੇਰ ਦੇ ਉੱਤੇ ਪਾਣੀ ਲਾ ਕੇ ਇਸ ਤਰ੍ਹਾਂ ਛੱਟਾ ਦੇ ਦਿੰਦੇ ਆ। ਦੂਸਰਾ ਇਹ ਹੁੰਦਾ ਕਿ ਬੀਜ ਨੂੰ ਲਾ ਕੇ ਦਵਾਈ ਉਹਨੂੰ ਭੇਜਤਾ ਜਾਂਦਾ ਇੱਕ ਰਾਤ ਵਾਸਤੇ, ਅਤੇ ਸਵੇਰ ਨੂੰ ਪਾਣੀ ਲਾ ਕੇ ਅਤੇ ਛੱਟਾ ਦੇ ਦਿੱਤਾ ਜਾਂਦਾ। ਇੱਕ ਤਰੀਕਾ ਇਹ ਹੈ ਢੇਰ ਦੀ ਬਜਾਏ ਪਰਾਲੀ, ਪੁਰਾਣੀ ਤੂੜੀ, ਪੱਤੇ, ਸੁੱਕੇ ਪੱਠੇ ਇਹ ਖਿਲਾਰ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ। ਉਹਦੀ ਫਿਰ ਜਿਹੜੀ ਸੁਆਹ ਬਣ ਜਾਂਦੀ ਪਾਣੀ ਲਾਉਣ ਦੇ ਉਹਦੇ ਉੱਤੇ, ਪਨੀਰੀ ਜਿਹੜੀ ਆ ਉਹ ਪੋਲੀ ਹੋ ਜਾਂਦੀ ਹੈ, ਨਰਮ ਹੋ ਜਾਂਦੀ ਹੈ, ਪੁੱਟਣੀ ਸੌਖੀ ਹੋ ਜਾਂਦੀ ਆ। ਜੜੀ ਬੂਟੀਆਂ ਜਿਹੜੀਆਂ ਉੱਪਰ ਹੁੰਦੀਆਂ ਕਹਿੰਦੇ ਉਹਨਾਂ ਦਾ ਜਿਹੜਾ ਬੀਜ ਆ ਉਹ ਵੀ ਸੜ ਜਾਂਦਾ ਹੈ। ਪਰ ਹਲ ਜੀ ਤਰੀਕੇ ਆ ਬੀਜਣ ਦੇ। ਇਹ ਜਿਸ ਤਰੀਕੇ ਨਾਲ ਬੀਜੀ ਜਾ ਰਹੀ ਹੈ, ਇਹ ਕੱਲ੍ਹ ਬੀਜ ਭਿੰਤਾ ਸੀ, ਅੱਜ ਸਾਦਾ ਜ਼ਮੀਨ ਵਾਹ ਕੇ ਸਵਾਰ ਕੇ ਉਹਨੂੰ, ਇਹ ਬੱਟਾਂ ਤਾਂ ਜ਼ਿਆਦਾ ਇਸ ਤੋਂ ਪਾਈਆਂ ਕਿ ਜ਼ਮੀਨ ਲੇਜ਼ਰ ਨਹੀਂ ਹੋਇਆ ਹੈ, ਪੱਧਰੀ ਨਹੀਂ ਹੈਗੀ, ਅਤੇ ਇਹਦੇ 'ਤੇ ਛੱਟਾ ਦੇ ਦੇਣਾ।
ਕੱਲ੍ਹ ਦੀ ਦਿਹਾੜੀ ਰਹਿ ਗਈ, ਪਰਸੋਂ ਨੂੰ ਫਿਰ ਤੀਸਰੇ ਦਿਨ ਤੇ ਇਹਨੂੰ ਪਾਣੀ ਲਾਉਂਦੇ ਰਹਿਣਗੇ। ਇਨਸ਼ਾ ਤਾਲਾ ਹਫ਼ਤੇ ਦੇ ਅੰਦਰ ਅੰਦਰ ਇਹਦਾ ਜਮਾਓ ਹੋ ਜਾਏਗਾ, ਤੇ ਉਹ ਅਸੀਂ ਦੇਖਦੇ ਰਹਾਂਗੇ ਤੇ ਉਹਨੂੰ ਕੈਪਚਰ ਕਰਦੇ ਰਹਾਂਗੇ। ਉਹ ਬੰਦਾ ਦੇ ਰਿਹਾ ਜੀ ਛੱਟਾ। ਛੱਟੇ ਦੇ ਜ਼ਿਮਨ ਦੇ ਵਿੱਚ ਇਹ ਹੈ ਕਿ ਸੇਰ ਮਰਲੇ ਦਾ, ਯਾਨੀ 1 ਕਿਲੋਗ੍ਰਾਮ ਇੱਕ ਮਰਲੇ ਨੂੰ ਬੀਜ ਪਾਉਣਾ ਚਾਹੀਦਾ, ਔਰ 4 ਮਰਲੇ 1 ਏਕੜ ਲਈ ਹੁੰਦੇ ਆ। ਬਾਕੀ ਪਨੀਰੀ ਦਾ ਉਗਾਓ ਕਿੰਨੇ % ਹੈ, ਇਸ ਹਿਸਾਬ ਦੇ ਨਾਲ ਵੱਧ ਘੱਟ ਜਿਹੜਾ ਉਹ ਕੰਮ ਹੋ ਜਾਂਦਾ। ਹਮੇਸ਼ਾ ਕੋਈ ਵੀ ਕਿਸੇ ਵੀ ਚੀਜ਼ ਦੀ ਨਰਸਰੀ ਲਾਓ, ਉਹ ਵੱਧ ਲਾਓ। ਅਗਰ ਤੁਹਾਨੂੰ ਫਰਜ਼ ਕਰੋ 4 ਕਿਲੋ ਚਾਹੀਦੀ ਹੈ, 4 ਮਰਲੇ ਚਾਹੀਦੀ ਹੈ, ਤੁਹਾਨੂੰ ਕਮ ਅਜ਼ ਕਮ 5 ਮਰਲੇ ਲਾਣੇ ਚਾਹੀਦੇ ਆ। ਵੱਧ ਜਾਏ ਤੇ ਕੋਈ ਗੱਲ ਨਹੀਂ, ਅਗਰ ਘਟ ਜਾਏ ਤੇ ਫਿਰ ਲਾਂਗੜਾਂ ਕੱਸ ਕੇ ਮੰਗਣੀਆਂ ਪੈਂਦੀਆਂ, ਉਹ ਕੋਈ ਅੱਛਾ ਸ਼ਗੂਨ ਨਹੀਂ ਹੁੰਦਾ। ਬਾਕੀ ਇਹ ਸਾਡੇ ਪੰਜਾਬ ਦੇ ਵਿੱਚ ਮਰਵਜ ਇੱਕ ਦੂਸਰੇ ਤੋਂ ਚੀਜ਼ ਲੈਂਦੇ ਦਿੰਦੇ ਰਹਿੰਦੇ ਆ। ਲਓ ਜੀ, 2 ਜੂਨ ਨੂੰ ਇਹ ਬੀਜੀ ਸੀ ਪਨੀਰੀ, ਤੇ ਅੱਜ ਹੋ ਗਈ ਹੈ 9 ਜੂਨ। ਇਹਦਾ ਬਿਹਤਰੀਨ ਜਮਾਓ ਹੋ ਗਿਆ। ਹੁਣ ਇਹਨੂੰ ਪਾਣੀ ਲਾਉਂਦੇ ਰਹੋ। ਇਨਸ਼ਾ ਅੱਲਾਹ ਤਾਲਾ ਇਹ 20-25 ਦਿਨ ਦੇ ਵਿੱਚ ਤਿਆਰ ਹੈ ਲਗਾਉਣ ਵਾਸਤੇ। ਹੁਣ ਇਹਨੂੰ ਜ਼ਰੂਰਤ ਪਈ ਤੇ ਪਾਈਆ ਮਰਲੇ ਦੇ ਹਿਸਾਬ ਦੇ ਨਾਲ ਯੂਰੀਆ ਪਾਣੀ, ਗੰਦ ਦੀ ਸਪਰੇਅ ਕਰਨੀ ਕੋਈ 2-3 ਦਿਨ ਤੱਕ, ਜਦ ਤੱਕ ਇਹਦਾ ਕੋਈ ਥੋੜ੍ਹੀ ਜਿਹੀ ਬੜੀ ਹੋ ਜਾਏਗੀ। ਜ਼ਿੰਕ ਪਾਣੀ, ਇੰਨਾ ਕੁਛ ਹੀ ਹੈ, ਕੋਈ ਜ਼ਿਆਦਾ ਨਹੀਂ ਹੈਗਾ। ਇਹ ਚੀਜ਼ਾਂ ਜਿਹੜੀਆਂ ਨਾ ਜੀ, ਸਾਰੀ ਉਮਰ ਇਹ ਬੰਦਾ ਸਿੱਖਦਾ ਸਿਖਾਉਂਦਾ ਰਹਿੰਦਾ। ਮਹਿਕਮਾ ਜ਼ਰਾਅਤ ਦੇ ਕਰਨ ਵਾਲੀਆਂ, ਉਹ ਲਕੀਰ ਦੇ ਫਕੀਰ ਆ, ਹਜੇ ਤੱਕ ਬਹਿੰਦੇ ਆ ਜਾਂ ਕਿਤੇ ਜਾਂਦੇ ਆ, ਕਾਗਜ਼ੀ ਕਾਰਵਾਈ ਬਣਾਉਂਦੇ। ਹੁਣ ਉਹਨਾਂ ਨੂੰ ਐਂਡਰਾਇਡ ਸੈੱਟ ਦਿੱਤੇ ਆ, ਜਿਹੜੇ ਸੈੱਟ ਇਹ ਵੀ ਦੱਸਦੇ ਕਿ ਕਿਹੜੇ ਮੁਰੱਬੇ ਦੇ ਕਿਹੜੇ ਕਿੱਲਾ ਨੰਬਰ 'ਚ ਬੈਠੇ ਆ ਕਰਦੇ। ਲੇਕਿਨ ਜਿਹੜੀ ਅਸਲ ਕਰਨ ਕਰਾਉਣ ਵਾਲੀ ਗੱਲ ਆ, ਹਜੇ ਵੀ ਮਹਿਕਮਾ ਉੱਥੇ ਤੱਕ ਨਹੀਂ ਪਹੁੰਚਿਆ। ਮੇਰੀ ਰਿਕੁਐਸਟ ਹੈ ਅਰਬਾਬ ਇਕਤਦਾਰ ਅੱਗੇ, ਅਰਬਾਬ ਅਖਤਿਆਰ ਅੱਗੇ, ਕਿ ਬਰਾਏ ਮਿਹਰਬਾਨੀ ਸਿਰਫ ਕਾਗਜ਼ੀ ਕਾਰਵਾਈ ਪੂਰੀ ਨਾ ਕਰੋ, ਜਿਹੜਾ ਨਾ ਜੀ ਕੰਮ ਕਰਨ ਵਾਲੇ ਕਰੋ। ਇਹ ਜਮਾਤ ਹੀ ਬਿਹਤਰੀਨ ਹੈ, ਲੇਕਿਨ ਚੂੰਕਿ ਕੋਈ ਸ਼ੇਡ ਦਾ ਮਸਲਾ ਹੈ, ਪੂਰਾ ਨਹੀਂ ਨਜ਼ਰ ਆਉਂਦਾ। ਜਿਹੜੀ ਪਰਲੀਆਂ ਕਿਆਰੀਆਂ ਉਹਨਾਂ ਦੀ ਹਰਿਆਈ ਨਜ਼ਰ ਆ ਰਹੀ ਹੈ, ਨਜ਼ਦੀਕ ਵਾਲੀ ਦੀ ਬਹੁਤ ਘੱਟ ਆ ਰਹੀ ਹੈ। ਦਾਣੇ ਸਾਰੇ ਉੱਗੇ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਮਜ਼ੀਦ ਕੋਈ ਗੱਲ, ਕੋਈ ਸਵਾਲ ਹੋਵੇ, ਉਹ ਕਮੈਂਟ ਦੇ ਵਿੱਚ ਕੀਤੀ ਜਾ ਸਕਦੀ ਹੈ। ਕੋਈ ਕਮੀ ਕੁਤਾਹੀ ਹੋਵੇ ਤੇ ਉਹ ਦੱਸੀ ਜਾ ਸਕਦੀ ਹੈ। ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਤੁਹਾਡੀ ਰਹਿਨੁਮਾਈ ਦੀ, ਅਗਰ ਤੁਸੀਂ ਫਰਮਾਓ, ਆਪਣੇ ਤਜਰਬਾਤ ਅਗਰ ਸ਼ੇਅਰ ਕਰੋ ਕਿਸਾਨਾਂ ਦੇ ਨਾਲ, ਆਪਣੇ ਭਰਾਵਾਂ ਦੇ ਨਾਲ। ਦੁਖੀਏ ਦੇ ਦੁੱਖ ਨੂੰ ਦੁਖੀਆ ਹੀ ਜਾਣਦਾ। ਇਸ ਵਾਸਤੇ ਇਹ ਜਿਹੜੀ ਸਾਡੀ ਕਾਸ਼ਤਕਾਰ ਕਮਿਊਨਿਟੀ ਹੈ, ਸਾਨੂੰ ਚਾਹੀਦਾ ਕਿ ਇੱਕ ਦੂਸਰੇ ਦੇ ਨਾਲ ਆਪਣੇ ਤਜਰਬਾਤ ਜਿਹੜੇ ਆ ਸ਼ੇਅਰ ਕਰਦੇ ਰਹੀਏ। ਬਹੁਤ ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ। ਅੱਛਾ, ਇਸ ਜ਼ਿਮਨ 'ਚ ਮੈਂ ਇੱਕ ਗੱਲ ਕਰਾਂਗਾ। ਅਗਰ ਤੁਹਾਡੀ ਮੂੰਜੀ ਝੋਨੇ ਦਾ ਝਾੜ ਕਮ ਅਜ਼ ਕਮ 50 ਮਣ ਤੋਂ ਜ਼ਿਆਦਾ, ਤੇ ਇਹਨੂੰ ਬੀਜੋ, ਨਹੀਂ ਤਾਂ ਕੋਈ ਹੋਰ ਫਸਲ ਜਿਹੜੀ ਹੈ ਨਾ ਲਾਓ। ਡੀਜ਼ਲ ਦੀਆਂ ਕੀਮਤਾਂ ਬਹੁਤ ਵੱਧ ਗਈਆਂ, ਬਿਜਲੀ ਦੀਆਂ ਕੀਮਤਾਂ ਵੀ ਵੱਧ ਰਹੀਆਂ। ਲਿਹਾਜ਼ਾ ਸਿਰਫ ਆਪਣੀ ਜਾਨ ਸਾੜਨ ਮਾਰਨ ਦਾ ਔਰ ਖਰਚਾ ਕਰਨ ਦਾ ਕੰਮ ਨਹੀਂ ਕਰਨਾ ਚਾਹੀਦਾ। ਕੁਛ ਕਮਾਉਣਾ ਵੀ ਚਾਹੀਦਾ ਆਪਣੇ ਲਈ, ਆਪਣੇ ਬੱਚਿਆਂ ਲਈ। ਅਗਰ ਇਹਦਾ ਤੁਹਾਨੂੰ ਖਰਚਾ ਵੱਧ ਰਿਹਾ, ਕੋਈ ਮੁਤਬਾਦਲ ਫਸਲਾਂ, ਇਸ ਦਫਾ ਗੌਰਮੈਂਟ ਜਿਹੜੀ ਆ ਤੇਲਦਾਰ ਅਜਨਾਸ ਜਿਹੜੀਆਂ ਉਹਨਾਂ 'ਤੇ ਸਬਸਿਡੀ ਦੇ ਰਹੀ ਹੈ। ਨਾ ਵੀ ਦੇ ਰਹੀ ਹੋਵੇ, ਕਮ ਖਰਚੇ ਵਾਲੀਆਂ ਬੀਜ ਲਓ। ਲੇਕਿਨ ਸਿਰਫ ਇਹ ਜਿਹੜਾ ਰਵਾਇਤੀ ਨਾ ਕਣਕ ਮੂੰਜੀ ਕਮਾਦ ਕਪਾਹ, ਕਣਕ ਮੂੰਜੀ ਕਮਾਦ ਕਪਾਹ, ਇਹਦੇ 'ਚ ਹੁਣ ਸਾਨੂੰ ਬਾਹਰ ਆ ਜਾਣਾ ਚਾਹੀਦਾ।